ਆਪ ਸਭ ਦਾ ਸਵਾਗਤ ਹੈ ਜੈਮਲ ਸਟੱਡੀ ਚੈਨਲ 'ਤੇ। ਅੱਜ ਆਪਾਂ ਸਵਿਕਸ ਦਾ ਕਨਸੈਪਟ UNO ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਜੋ ਪਾਰਟ 1 ਹੈ ਉਹ ਬਣ ਚੁੱਕਿਆ ਹੈ, ਜਿਸ ਦਾ ਲਿੰਕ ਹੈ ਜੋ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਹੈ। ਅੱਜ ਦੀ ਜੋ ਵੀਡੀਓ ਆ ਉਹ ਬੈਨੀਫਿਸ਼ੀਅਲ ਰਹੇਗੀ ਸਟੂਡੈਂਟ PSTET ਅਤੇ CTET ਦੇ ਵਿਦਿਆਰਥੀਆਂ ਲਈ। ਇਸ ਤੋਂ ਪਹਿਲਾਂ ਵਾਲੀਆਂ ਵੀਡੀਓਜ਼ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਪਾ ਦਿੱਤਾ ਗਿਆ ਹੈ, ਤੁਸੀਂ ਉੱਥੋਂ ਜਾ ਕੇ ਉਹਨਾਂ ਦੀਆਂ ਪਲੇਲਿਸਟਸ ਆ ਜੋ ਚੈੱਕ ਕਰ ਸਕਦੇ ਹੋ। ਹਾਂਜੀ, ਆਪਾਂ ਕੱਲ੍ਹ 2 ਅੰਗ ਸੀਗੇ ਜੋ UNO ਦੇ ਕਰ ਲਏ ਸੀ। ਅੱਜ ਆਪਾਂ 3rd ਕਰਨ ਜਾ ਰਹੇ ਹਾਂ, ਸਕੱਤਰੇਤ। ਜਿਹੜਾ ਸਕੱਤਰੇਤ ਹੁੰਦਾ ਇਹਦਾ ਮੁੱਖ ਕੰਮ ਹੁੰਦਾ ਜਿਹੜੇ ਕਾਗਜ਼ੀ ਕੰਮਕਾਰ ਆ ਉਹਨਾਂ ਨਾਲ ਸੰਬੰਧਿਤ ਕੰਮ ਕਰਦਾ, ਜਿਵੇਂ ਅੰਕੜੇ ਇਕੱਠੇ ਕਰਨਾ, ਕਾਨਫਰੰਸਿਸ ਬੁਲਾਉਣਾ। ਠੀਕ ਹੈ, ਸਾਰੇ ਕੰਮ ਕੌਣ ਕਰੂਗਾ ਜੀ? ਸਕੱਤਰੇਤ। ਇਸ ਦਾ ਜਿਹੜਾ ਮੁਖੀ ਹੁੰਦਾ ਅੰਗ ਦਾ, ਇਸ ਅੰਗ ਦਾ, ਉਹ ਹੁੰਦਾ ਮਹਾਸਚਿਵ, ਜੋ ਕਿ 5 ਸਾਲ ਲਈ ਚੁਣਿਆ ਜਾਂਦਾ ਗਾ। ਅਤੇ ਮਹਾਸਭਾ ਇਹਨੂੰ ਮਤਲਬ ਚੁਣਦੀ ਹੈਗੀ, ਬਣਾਉਂਦੀ ਹੈ। ਜਿਹੜਾ ਇਹਦਾ ਮੁਖੀ ਹੁੰਦਾ ਮਹਾਸਚਿਵ ਨੂੰ, ਪਰ ਸਿਫਾਰਸ਼ ਕਿਹਦੀ ਸਿਫਾਰਸ਼ 'ਤੇ? ਸੁਰੱਖਿਆ ਪ੍ਰੀਸ਼ਦ ਦੇ 'ਤੇ। ਉਹ ਵੀ ਸੁਰੱਖਿਆ ਪ੍ਰੀਸ਼ਦ ਦੇ ਕਿਹੜੇ ਮੈਂਬਰ ਕਰਨਗੇ? ਸਥਾਈ ਜਿਹੜੇ ਮੈਂਬਰ ਆ ਉਹ ਹੀ ਜਿਹੜੇ ਇਹਦੀ ਮੰਗ ਕਰਨਗੇ ਕਿ ਵੀ ਇਸ ਪਰਸਨ ਨੂੰ ਜਿਹੜਾ ਮਹਾਸਚਿਵ ਆ, ਜਿਹੜਾ ਮੁਖੀ ਹੈ ਜਿਹੜਾ ਸਕੱਤਰੇਤ ਦਾ, ਉਹ ਬਣਾਇਆ ਜਾਵੇ। ਤਾਂ ਇਸ ਵਿੱਚ ਜਿਹੜਾ ਮਹਾਸਭਾ ਕੀ ਮਤਲਬ ਇੱਕ ਫੋਰਮੈਲਿਟੀ ਹੀ ਕਰਦੀ ਆ, ਬਟ ਜਿਹੜੇ ਆਪਾਂ ਕਹਿ ਦਈਏ ਸਿਫਾਰਿਸ਼ ਕਿਹਦੀ ਚੱਲਦੀ ਆ, ਉਹ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਦੀ ਜਿਹੜੇ ਸਥਾਈ ਨਹੀਂ। ਨੈਕਸਟ ਹੈ ਜੀ ICJ, ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਅੰਤਰਰਾਸ਼ਟਰੀ ਜਿਹੜੀ ਨਿਆਂ ਦੀ ਅਦਾਲਤ ਆ। ਇਹ ਤਾਂ ਚੌਥਾ ਅੰਗ ਹੈ। ਇਸ ਦਾ ਹੈੱਡ ਕੁਆਰਟਰ ਹੈ ਜੀ ਹੇਗ, ਨੀਦਰਲੈਂਡ ਵਿੱਚ। ਇੱਥੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਬਾਕੀ ਜਿਹੜੇ ਇਹਦੇ ਅੰਗ ਆ ਸਾਰਿਆਂ ਦੇ ਹੈੱਡ ਕੁਆਰਟਰ ਨਿਊਯਾਰਕ ਵਿੱਚ ਆ, 5 ਦੇ। ਬਟ ਜਿਹੜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਇਹਦਾ ਹੈੱਡ ਕੁਆਰਟਰ ਹੇਗ ਆ, ਹੇਗ ਵਿਖੇ, ਜੋ ਕਿ ਹੈ ਨੀਦਰਲੈਂਡ ਦੇ ਵਿੱਚ। ਅਤੇ ਇਸ ਦੇ ਵਿੱਚ 15 ਜੱਜ ਚੁਣੇ ਜਾਂਦੇ ਆ। 9 ਜਿਹੜੇ ਜੱਜ ਆ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਕੋਈ ਵੀ ਜਿਹੜਾ ਡਿਸੀਜ਼ਨ ਲੈਣਾ। ਅਤੇ ਹਰ ਇੱਕ ਜੱਜ ਦਾ ਕਾਰਜਕਾਲ 9 ਸਾਲ ਹੁੰਦਾ। ਅਤੇ ਜੱਜਾਂ ਦੀ ਜਿਹੜੀ ਚੋਣ ਆ ਉਹ ਦੁਬਾਰਾ ਵੀ ਕੀਤੀ ਜਾ ਸਕਦੀ ਹੈ। ਇੱਕ ਜੱਜ ਨੂੰ ਦੂਜੀ ਵਾਰ ਵੀ ਸਿਲੈਕਟ ਆ ਜਿਹੜਾ ਕੀਤਾ ਜਾ ਸਕਦਾ ਜਦੋਂ ਉਹਦੇ 9 ਸਾਲ ਦਾ ਕਾਰਜਕਾਲ ਪੂਰਾ ਹੋ ਜਾਂਦਾ। ਜੇਕਰ ਆਪਾਂ ਭਾਰਤੀ ਜਿਹੜੇ ਜੱਜ ਆ ਉਹਨਾਂ ਦੀ UNO ਦੇ ਵਿੱਚ ਗਏ ਨੇ ਜੋ, ਉਹਨਾਂ ਦੀ ਗੱਲ ਕਰੀਏ ਤਾਂ ਭਾਰਤੀ ਜਿਹੜੇ ਦਲਵੀਰ ਸਿੰਘ ਭੰਡਾਰੀ ਨੇ ਉਹ 2017 'ਚ ਦੁਬਾਰਾ ਚੁਣੇ ਗਏ ਜੱਜ ਆ। ਉਹਨਾਂ ਨੂੰ ਦੁਬਾਰਾ ਇਸ ਦੇ ਵਿੱਚ ਐਜ਼ ਆ ਜੱਜ ਦੇ ਤੌਰ 'ਤੇ ਆਪਾਂ ਕਹਿ ਲਈਏ ਚੁਣਿਆ ਗਿਆ, ਸਿਲੈਕਟ ਕੀਤਾ ਗਿਆ ਗਾ ਦੂਜੀ ਵਾਰ 2017 ਦੇ ਵਿੱਚ ਉਹਨਾਂ ਨੂੰ ਕੀਤਾ ਸੀ। ਇਸ ਤੋਂ ਬਿਨਾਂ ਹੋਰ ਜਿਹੜੇ 4 ਭਾਰਤੀ ਜੱਜ ਆ ਜਿਹੜੇ ਇਸ ਦੇ UNO ਦੇ ਮੈਂਬਰ ਰਹਿ ਚੁੱਕੇ ਨੇ ICJ ਦੇ, ਬਨੇਗਲ ਰਾਓ, ਡਾਕਟਰ ਨਗਿੰਦਰ ਸਿੰਘ, RS ਪਾਠਕ ਅਤੇ ਚੌਥੇ ਨੇ ਦਲਵੀਰ ਸਿੰਘ ਭੰਡਾਰੀ। ਇਹ ਭਾਰਤੀ ਜੱਜ ਨੇ ਜੋ ਕਿ UNO ਦੀ ਜੋ ਅੰਗ ਆ ICJ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਜੱਜ ਰਹਿ ਚੁੱਕੇ ਨੇ। ਅਤੇ ਇਸ ਤੋਂ ਬਿਨਾਂ ਜਿਹੜੇ ਡਾਕਟਰ ਨਗਿੰਦਰ ਸਿੰਘ ਆ ਉਹ ਇਸ ਦੇ ਵੀ ਅਤੇ ਉਪ ਅਧਿਆਕਸ਼ ਵੀ ਰਹੇ ਨੇ ICJ ਦੇ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ। ਅਤੇ ਇੱਕ ਦੇਸ਼ ਤੋਂ ਸਿਰਫ ਇੱਕ ਹੀ ਪਰਸਨ ਆ ਜਿਹੜਾ ਜੱਜ ਬਣ ਸਕਦਾ ਇੱਕ ਟਾਈਮ 'ਤੇ, 2 ਨਹੀਂ ਬਣ ਸਕਦੇ। ਨੈਕਸਟ ਆਪਾਂ 5th ਕਰਨ ਜਾ ਰਹੇ ਹਾਂ। ਆਪਾਂ ਲਿਖਿਆ ਹੀ ਦੇਖਦੇ ਹੀ ਹਾਂ ECO SOC। ECO ਮਤਲਬ ਇਕਨੋਮਿਕ, SO ਮਤਲਬ ਸੋਸ਼ਲ, C ਮੀਨਸ ਕੌਂਸਲ। ਇਕਨੋਮਿਕ ਸੋਸ਼ਲ ਕੌਂਸਲ ਜਿਹੜੀ ਕਿ ਆਪਾਂ ਪੰਜਾਬੀ ਜਿਹਨੂੰ ਕਹ ਲਈਏ ਆਰਥਿਕ ਸਮਾਜਿਕ ਕੌਂਸਲ, ਇਹਦਾ 5th ਅੰਗ ਹੈ। ਅਤੇ ਇਸ ਦੇ ਵਿੱਚ 54 ਮੈਂਬਰ ਹੁੰਦੇ ਆ ਅਤੇ ਇਹਨਾਂ ਦਾ 3 ਸਾਲ ਦਾ ਕਾਰਜਕਾਲ ਹੁੰਦਾ। ਅਧਿਆਕਸ਼ ਆ, ਬਟ ਇੱਥੇ ਇੱਕ ਹੋਰ ਗੱਲ ਨੋਟ ਕਰ ਲਓ ਕਿਉਂਕਿ ਜਿਹੜੇ ਦੇ ਮੈਂਬਰ ਆ ਉਹ ਤਾਂ 3 ਸਾਲ ਲਈ ਚੁਣਿਆ ਜਾਂਦਾ, ਪਰ ਜਿਹੜਾ ਇਹਦੇ ਅਧਿਆਕਸ਼ ਆ ਉਹ 1 ਸਾਲ ਦੇ ਲਈ ਹੀ ਚੁਣਿਆ ਜਾਵੇਗਾ। ਉਸ ਦਾ ਕਾਰਜਕਾਲ 1 ਸਾਲ ਹੀ ਹੁੰਦਾ ਹੈ। 6th ਹੈ ਜੋ ਜੀ ਨਿਆਂ ਪ੍ਰੀਸ਼ਦ। ਨਿਆਂ ਪ੍ਰੀਸ਼ਦ ਜਿਹਨੂੰ ਆਪਾਂ ਇੰਗਲਿਸ਼ 'ਚ ਟਰਸਟੀਸ਼ਿਪ ਕਹਿ ਦਿੰਦੇ ਹਾਂ, ਇਹ 1994 ਤੋਂ ਕੋਈ ਕੰਮ ਨਹੀਂ ਕਰ ਰਹੀ ਆਪਣਾ। ਠੀਕ ਹੈ, ਇਨਐਕਟਿਵ ਆ। ਕਿਉਂਕਿ ਜਦੋਂ 1945 ਦਾ ਆਪਾਂ ਕਹਿ ਦਈਏ ਦੂਸਰਾ ਮਹਾਯੁੱਧ ਹੋਇਆ ਸੀ ਤਾਂ ਉਸ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਨਾ। ਉਸ ਤੋਂ ਬਾਅਦ ਜਿਹੜੀਆਂ ਬਹੁਤ ਸਾਰੀਆਂ ਕੰਟਰੀਜ਼ ਸੀਗੀਆਂ ਉਹ ਬਹੁਤ ਗਰੀਬ ਹੋ ਚੁੱਕੀਆਂ ਸੀ, ਤਾਂ ਫਿਰ ਹੌਲੀ ਹੌਲੀ ਉਹ ਡਿਵੈਲਪ ਹੋਣੀਆਂ ਸਟਾਰਟ ਹੋ ਗਈਆਂ। ਤਾਂ ਆਪਾਂ ਅੱਜ ਦੇਖਦੇ ਹਾਂ ਹਰ ਇੱਕ ਕੰਟਰੀ ਆ ਮੋਸਟਲੀ
ਬਹੁਤ ਚੀਜ਼ਾਂ ਲਈ ਆਪਣੇ ਆਪ 'ਤੇ ਡਿਪੈਂਡੈਂਟ ਹੈ ਨਾ, ਆਤਮ ਨਿਰਭਰ ਨਹੀਂ, ਪਰ ਉਸ ਸਮੇਂ ਨਹੀਂ ਸੀ, ਤਾਂ ਕਰਕੇ ਇਹਦੀ ਜਿਹੜੀ ਨਿਆਂ ਪ੍ਰੀਸ਼ਦ ਦੀ ਲੋੜ ਪੈਂਦੀ ਸੀਗੀ, ਜੋ ਕਿ ਨਿਆਂ ਨਾਲ ਸੰਬੰਧਿਤ ਜਿਹੜੇ ਝਗੜੇ ਵਗੈਰਾ ਸੀਗੇ ਉਹਨਾਂ ਦਾ ਫੈਸਲਾ ਕਰਦੀ ਸੀ। ਬਟ 1994 ਤੋਂ ਇਹਦਾ ਕੋਈ ਕੰਮ ਨਹੀਂ ਰਿਹਾ, ਇਸ ਕਰਕੇ ਇਨਐਕਟਿਵ ਜਿਹੜੀ ਮੰਨੀ ਜਾਂਦੀ ਹੈ। ਹੁਣ ਆਪਾਂ ਜਿਹੜਾ ਵੀ ਕਰਿਆ ਉਸ ਦੀ ਦੁਹਰਾਈ ਕਰ ਲਈਏ ਇੱਕ ਵਾਰ, ਕਿਉਂਕਿ ਇੱਕ ਪਹਿਲਾਂ ਵੀ ਟੌਪਿਕ ਪਾਰਟ 1 ਬਣ ਚੁੱਕਿਆ, ਤਾਂ ਤੁਹਾਡੇ ਜਿਹੜਾ ਯਾਦ ਰਹੂਗਾ। ਪਹਿਲੀ ਗੱਲ ਹੈ ਜੀ, ਇੰਟਰ ਗਵਰਨਮੈਂਟ ਔਰਗਨਾਈਜੇਸ਼ਨ। ਇਹ ਨਹੀਂ ਹੈਗਾ ਕਿ ਇਕੱਲੀ ਹੀ ਇੱਕ ਅਮਰੀਕਾ ਦੀ ਆਪਾਂ ਕਹਿ ਦਈਏ ਜਾਇਦਾਦ ਆ, ਇਹ ਸਾਰੀ ਇੰਟਰ ਗਵਰਨਮੈਂਟ ਔਰਗਨਾਈਜੇਸ਼ਨ ਆ ਜਿਹੜੇ UNO ਆ। ਨੈਕਸਟ ਹੈ ਜੀ ਵਿਚਾਰ ਦਿੱਤਾ ਜਿਹੜਾ ਉਹ ਦਿੱਤਾ ਸੀਗਾ UNO ਦਾ ਅਮਰੀਕੀ ਰਾਸ਼ਟਰਪਤੀ ਡੀ ਰੂਜ਼ਵੈਲਟ ਨੇ, ਅਤੇ ਇਸ ਦਾ ਹੈੱਡਕੁਆਟਰ ਹੈ ਨਿਊਯਾਰਕ ਵਿੱਚ। ਅਤੇ ਇਸ ਦੇ ਵਿੱਚ ਇੱਕ ਹੋਰ ਗੱਲ ਨੋਟ ਕਰ ਲਓ, 17 ਏਕੜ 'ਚ ਜਿਹੜੀ ਇਹ ਹੈੱਡਕੁਆਟਰ ਦੀ ਬਿਲਡਿੰਗ ਆ ਬਣੀ ਹੋਈ ਹੈ UNO ਦੀ ਨਿਊਯਾਰਕ ਦੇ ਵਿੱਚ। ਇਹ ਇੱਕ ਵਿਅਕਤੀ ਨੇ ਜਿਹੜੀ ਜ਼ਮੀਨ ਸੀ ਆਪਦੀ ਉਹ ਦਾਨ ਵਜੋਂ ਦਿੱਤੀ ਸੀ UNO ਨੂੰ, ਕਿ ਤੁਸੀਂ ਮੇਰੀ ਜ਼ਮੀਨ 'ਤੇ ਆਪਦਾ ਦਫ਼ਤਰ ਬਣਾ ਲਓ ਅਤੇ ਲੋਕਾਂ ਦਾ ਜਿਹੜਾ ਭਲਾਈ ਲਈ ਕੰਮ ਕਰੋ। ਅਤੇ ਇਸ ਦੀ ਜਿਹੜੀ ਲੈਂਗੁਏਜ ਆ ਉਹ ACEFRS, ਜੋ ਤੁਹਾਨੂੰ ਟ੍ਰਿਕ ਦਿੱਤੀ ਸੀ ਉਹ ਤੁਸੀਂ ਯੂਜ਼ ਕਰ ਲਿਓ। A for Arabic, C for Chinese, E English, F for French, R Russian, S Spanish। ਮੋਸਟਲੀ ਉਹ ਫਰੈਂਚ ਅਤੇ EF ਦੀ ਵਰਤੋਂ ਕਰਦੇ ਆ, ਇੰਗਲਿਸ਼ ਅਤੇ ਫਰੈਂਚ ਦੀ। ਨੈਕਸਟ ਜੇ ਆਪਾਂ ਮੈਂਬਰ ਦੀ ਗੱਲ ਕਰੀਏ ਤਾਂ ਇਸ ਦੇ 50 ਜਿਹੜੇ ਮੈਂਬਰ ਨੇ, ਅਤੇ ਜੋ ਇਸ ਦੇ ਮੈਂਬਰ ਨੇ ਆਪਾਂ ਗੱਲ ਕਰੀਏ ਤਾਂ 51 ਮੈਂਬਰਾਂ ਨੇ ਪਹਿਲੀ ਉਹਦੇ ਵਿੱਚ ਹਿੱਸਾ ਲਿਆ ਸੀਗਾ। 50 ਤੋਂ ਪਹਿਲਾਂ 50 ਸੀ, ਫਿਰ ਇੱਕ ਹੋਰ ਆ ਗਏ ਸੀ ਪੋਲੈਂਡ। ਅਤੇ 193 ਦੇ ਕੁੱਲ ਮੈਂਬਰ ਆ ਜਿਹੜੇ ਪ੍ਰੈਜੈਂਟ ਟਾਈਮ ਆ UNO ਦੇ, ਅਤੇ 2 ਆ ਜਿਹੜੀਆਂ ਅਬਜ਼ਰਵਰ ਜਿਹੜੀਆਂ ਸਟੇਟਸ ਨੇਗੇ, ਨਿਗਰਾਨ ਦੇਸ਼ ਨੇਗੇ। ਅਤੇ ਉਹ ਕਿਹੜੇ ਨੇਗੇ ਜਿਹੜੇ ਕੰਟਰੀਜ਼ ਨੇ? ਅਬਜ਼ਰਵਰ ਕੰਟਰੀ ਨੇ ਜੀ ਹੋਲੀ ਸੀ ਸਟੇਟਸ ਨੇ, ਇਹ ਕੰਟਰੀਜ਼ ਨਹੀਂ ਕਹਾਂਗੇ ਇਹਨਾਂ ਨੂੰ। ਅਤੇ ਇੱਕ ਫਿਲਸਤੀਨ ਆ, ਹੋਲੀ ਸੀ ਨਾਲ ਨਹੀਂ ਹੈ, S ਨਾਲ ਹੈ। ਹੋਲੀ ਸੀ ਗਿਆ ਇੱਕ ਸਟੇਟ, ਇੱਕ ਹੈ ਫਿਲਸਤੀਨ, ਜੋ ਕਿ ਨਿਗਰਾਨ ਦੇਸ਼ ਰਾਜਾਂ ਦੀ ਤਰ੍ਹਾਂ ਦੇਸ਼ ਦੇ ਹਰ ਇੱਕ ਕੰਮ ਦੇ ਉੱਪਰ ਨਿਗਰਾਨ ਨੇ। ਨੈਕਸਟ ਜੀ ਜਿਹੜਾ ਦਾ ਚਾਰਟਰ ਸੀਗਾ, ਸਪੈਲਿੰਗ ਰੋਂਗ ਨੇ, ਚਾਰਟਰ ਹੈ ਜੋ ਉਹ ਲਾਗੂ ਕੀਤਾ ਗਿਆ ਸੀ 25 ਅਪ੍ਰੈਲ 1945 ਨੂੰ, ਜਿਹਦੇ ਵਿੱਚ 50 ਦੇਸ਼ ਸੀਗੇ ਅਤੇ ਸਾਨ ਫਰਾਂਸਿਸਕੋ ਵਿੱਚ ਆਪਾਂ ਕਰੀਏ ਸ਼ਾਮਲ ਹੋਏ ਸੀ। ਉਸ ਤੋਂ ਬਾਅਦ ਇੱਕ ਹੋਰ ਸੀਗਾ, ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ, 51 ਮੈਂਬਰ ਸੀ ਜਿਨ੍ਹਾਂ ਨੇ ਦਸਤਖਤ ਕੀਤੇ ਸੀ। ਪੋਲੈਂਡ ਵੀ ਇਸ ਦੇ ਵਿੱਚ ਸ਼ਾਮਲ ਹੋ ਗਿਆ ਸੀ। ਅਤੇ 25 ਜੂਨ 1945 ਨੂੰ ਇਹ ਜਿਹੜਾ ਚਾਰਟਰ ਸੀਗਾ ਅਡੋਪਟ ਕੀਤਾ ਗਿਆ। 24 ਅਕਤੂਬਰ 1945 ਨੂੰ ਲਾਗੂ ਲਾਗੂ ਕੀਤਾ, ਅਤੇ ਇਹ ਕੰਮ ਕਰਨ ਲੱਗ ਪਿਆ, ਅਸਲੀ ਰੂਪ ਵਿੱਚ ਲਾਗੂ। ਅਤੇ ਜਿਹੜਾ ਇੰਡੀਆ ਸੀਗਾ ਇਸ ਦਾ ਮੈਂਬਰ ਬਣਿਆ ਸੀ UNO ਦਾ 30 ਅਕਤੂਬਰ 1945 ਨੂੰ। ਹੁਣ ਆਪਾਂ ਰਿਵੀਜ਼ਨ ਕਰਦੇ ਇਸ 'ਤੇ ਵੀ ਜਿਹੜੀ ਇਹਨਾਂ ਦੇ ਵਿੱਚ ਹੈ 6 ਅੰਗ ਨੇ ਜੀ। ਮਹਾਸਭਾ ਪਹਿਲਾ, ਵਿਸ਼ਵ ਦੀ ਇਹਨੂੰ ਸੰਸਦ ਕਿਹਾ ਜਾਂਦਾ। ਕਈ ਵਾਰ ਕੁਐਸਚਨ ਆਉਂਦਾ ਵਿਸ਼ਵ ਦੀ ਸੰਸਦ ਕਿਹੜੇ ਸਦਨ ਨੂੰ ਕਿਹਾ ਜਾਂਦਾ, ਤਾਂ ਜੀ ਉਹ ਮਹਾਸਭਾ ਨੂੰ ਕਿਹਾ ਜਾਂਦਾ, ਕਿਉਂਕਿ ਮੋਸਟਲੀ ਜਿਹੜੇ ਵਰਕ ਆ ਸਾਰੇ ਉਹ ਇਸ ਦੇ ਦੁਆਰਾ ਹੀ ਕੀਤੇ ਜਾਂਦੇ ਆ। ਅਤੇ ਇਹਦੀ ਫਸਟ ਮੀਟਿੰਗ ਹੋਈ ਸੀਗੀ ਜਿਹਦੇ ਵਿੱਚ 51 ਦੇਸ਼ ਸ਼ਾਮਲ ਹੋਏ। ਮੀਟਿੰਗ ਹੋਈ ਜੀ 10 ਜਨਵਰੀ 1946 ਨੂੰ, ਅਤੇ ਇਸ ਵਿੱਚ 51 ਦੇਸ਼ਾਂ ਨੇ ਜਿਹੜਾ ਭਾਗ ਲਿਆ। ਅਤੇ ਕਿੱਥੇ ਹੋਈ ਸੀ ਮੀਟਿੰਗ ਜੀ? ਮੈਥੋਡਿਸਟ ਸੈਂਟਰਲ ਹਾਲ ਲੰਡਨ ਦੇ ਵਿੱਚ ਹੋਈ ਸੀ। ਇਸ ਦਾ ਹੈੱਡਕੁਆਟਰ ਹੈ ਜੋ ਉਹ ਹੈ ਜੀ ਨਿਊਯਾਰਕ ਦੇ ਵਿੱਚ। ਮਹਾਸਭਾ ਅਤੇ ਇਸ ਦਾ ਜਿਹੜਾ ਕੰਮ ਹੁੰਦਾ ਨਿਰਣਾ ਕਰਨਾ ਹੁੰਦਾ, ਤਾਂ ਇਹ ਤੁਸੀਂ ਨੋਟ ਜ਼ਰੂਰ ਕਰ ਲਓ ਕਿ ਵੀ ਜਿਹੜੀ ਇਹਨਾਂ ਦੀ ਮਹਾਸਭਾ ਦੀ ਮੀਟਿੰਗ ਹੋਈ ਸੀਗੀ ਉਹ ਲੰਡਨ ਦੇ ਵਿੱਚ ਹੋਈ ਸੀਗੀ, ਮੈਥੋਡਿਸਟ ਸੈਂਟਰਲ ਹਾਲ ਲੰਡਨ ਦੇ ਵਿੱਚ। ਕਿਉਂ ਹੋਈ ਸੀਗੀ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਉਹਨਾਂ ਦੀ ਜਿਹੜੀ ਬਿਲਡਿੰਗ ਹੈ ਹਜੇ ਨਿਊਯਾਰਕ ਦੇ ਵਿੱਚ ਮਹਾਸਭਾ ਦੀ ਬਣੀ ਨਹੀਂ ਸੀ, ਤਾਂ ਕਰਕੇ ਜਿਹੜੀ ਇਹਦੀ ਬੈਠਕ ਸੀਗੀ, ਮੀਟਿੰਗ ਸੀਗੀ, ਉਹ ਲੰਡਨ ਦੇ ਵਿੱਚ ਕਰਵਾਈ ਗਈ ਸੀ। ਅਤੇ ਇਹਨਾਂ ਦਾ ਵੈਸੇ ਹੈੱਡਕੁਆਟਰ ਹੈ ਨਿਊਯਾਰਕ ਦੇ ਵਿੱਚ, ਸੋ ਕਨਫਿਊਜ਼ ਨਾ ਹੋਣਾ। ਨਵੇਂ ਮੈਂਬਰਾਂ ਜਿਹੜੇ ਆਉਣੇ ਉਹਨਾਂ ਸੰਬੰਧੀ ਜਿਹੜਾ ਫੈਸਲਾ ਇਹ ਕਰਦੀ ਹੈ ਮਹਾਸਭਾ, ਅਤੇ ਬਜਟ ਦਾ ਜਿਹੜਾ ਕਰਦੀ ਆ। ਇਸ ਤੋਂ ਬਿਨਾਂ ਜਿਹੜਾ ਸੁਰੱਖਿਆ ਪ੍ਰੀਸ਼ਦ ਦੇ 10 ਅਸਥਾਈ ਮੈਂਬਰ ਆ ਉਹ ਵੀ ਮਹਾਸਭਾ ਦੁਆਰਾ ਚੁਣੇ ਜਾਂਦੇ ਆ। ECO SOC ਦੇ ਜਿਹੜੇ ਮੈਂਬਰਾਂ ਦੀ ਚੋਣ ਉਹ ਵੀ ਮਹਾਸਭਾ ਕਰਦੀ ਆ। ਇਸ ਤੋਂ ਬਿਨਾਂ ਜਿਹੜਾ ਮਹਾਸਚਿਵ ਦਾ ਆਪਾਂ ਕਹਿ ਦਈਏ ਚੁਣਾਵ ਆ ਉਹ ਵੀ ਸਿਫਾਰਸ਼ 'ਤੇ ਕਰਦੀ ਆ ਸੁਰੱਖਿਆ ਪ੍ਰੀਸ਼ਦ ਦੀ। 'ਤੇ ICJ ਦੇ ਜਿਹੜੇ ਜੱਜ ਆ ਉਹਨਾਂ ਦੀ ਚੋਣ ਕੀਤੀ ਜਾਂਦੀ ਹੈ ਮਹਾਸਭਾ ਦੁਆਰਾ। ਸਾਲ 'ਚ ਇੱਕ ਮੀਟਿੰਗ ਹੁੰਦੀ ਹੈ ਇਹਦੀ, ਸਤੰਬਰ ਤੋਂ ਦਸੰਬਰ ਤੱਕ ਹੋਣੀ ਜ਼ਰੂਰੀ ਹੁੰਦੀ ਹੈ। ਜੇਕਰ ਆਪਾਂ ਸੁਰੱਖਿਆ ਪ੍ਰੀਸ਼ਦ ਦੀ ਗੱਲ ਕਰੀਏ
ਇਸ ਦੀ ਦੁਹਰਾਈ ਕਰੀਏ ਤਾਂ ਇਸ ਨੂੰ ਪੁਲਿਸਮੈਨ ਕਿਹਾ ਜਾਂਦਾ। ਠੀਕ ਹੈ, ਵਿਸ਼ਵ ਦੀ ਸੰਸਦ ਜਿਵੇਂ ਆਪਾਂ ਕਹਿ ਲਈਏ ਉਹਨੂੰ ਕਿਹਾ ਜਾਂਦਾ ਆਪਣੀ ਮਹਾਸਭਾ ਨੂੰ। ਅਤੇ ਪੁਲਿਸਮੈਨ ਦਾ ਜਿਹੜਾ ਸੁਰੱਖਿਆ ਦੇ ਕੰਮ ਕਰਦੀ ਹੈ, ਜਿਵੇਂ ਪੁਲਿਸ ਸ਼ਾਂਤੀ ਬਣਾਈ ਰੱਖੇ, ਸੁਰੱਖਿਆ ਬਣਾਈ ਸਕਦੀ ਹੈ ਨਾ ਆਪਣੇ ਸਮਾਜ ਦੇ ਵਿੱਚ, ਉਸੇ ਤਰ੍ਹਾਂ ਜਿਹੜੀ ਸੁਰੱਖਿਆ ਪ੍ਰੀਸ਼ਦ ਆ ਉਸ ਦਾ ਵੀ ਕੰਮ ਸੇਮ ਹੀ ਐਜ਼ ਅ ਪੁਲਿਸਮੈਨ ਹੈ। ਅਤੇ ਇਹ ਸੁਰੱਖਿਆ ਸ਼ਾਂਤੀ ਦੇ ਲਈ ਕੰਮ ਕਰਦੀ ਹੈ। 15 ਇਹਦੇ ਮੈਂਬਰ ਨੇ, 5 ਸਥਾਈ ਹੈ ਅਤੇ 10 ਅਸਥਾਈ ਹੈ, ਜਿਨ੍ਹਾਂ ਬਾਰੇ ਆਪਾਂ ਆਲਰੇਡੀ ਕਰ ਚੁੱਕੇ ਹਾਂ। ਅਤੇ 5 ਸਥਾਈ ਹੈ ਜਿਹੜੇ ਮੈਂਬਰ, ਉਹਨਾਂ ਨੂੰ ਵੀਟੋ ਦਾ ਅਧਿਕਾਰ ਦਿੱਤਾ ਗਿਆ। ਇਹਨਾਂ ਦਾ ਜਿਹੜਾ ਕੋਰਮ ਉਹ ਨੌ ਨਿਸ਼ਚਿਤ ਕੀਤਾ ਗਿਆ। ਜੇਕਰ 5 ਸਥਾਈ ਆ ਅਤੇ 4 ਅਸਥਾਈ ਨੇ ਤਾਂ ਡਿਸੀਜ਼ਨ ਮੰਨਿਆ ਜਾਊ ਜੀ ਸਥਾਈ ਦੇ। ਕੰਪਲਸਰੀ ਰੈਜੂਲੇਸ਼ਨ ਆਪਾਂ ਕਹਿ ਲਈਏ, ਇਹਦੇ ਵਿੱਚ ਜਿਹੜਾ ਆਦੇਸ਼ਾਤਮਕ ਸੰਸਥਾ ਵੀ ਇਹਨੂੰ ਕਿਹਾ ਜਾਂਦਾ, ਕੰਪਲਸਰੀ ਰੈਜੂਲੇਸ਼ਨ ਵੀ ਕਹਿ ਦਿੰਦੇ ਆ, ਜਿਸ ਨੂੰ ਪੰਜਾਬੀ 'ਚ ਕਹਿ ਲਈਏ ਆਦੇਸ਼ਾਤਮਕ ਸੰਸਥਾ। ਅਤੇ ਜਿਹੜਾ ਇਹਦਾ ਸਿਸਟਮ ਹੈ ਹੈੱਡ ਚੁਣਨ ਦਾ, ਉਹ ਐਲਫਾਬੈਟਿਕਲੀ ਸਿਸਟਮ ਹੈ। ਜਿਸ ਤਰ੍ਹਾਂ ਕੰਟਰੀਜ਼ ਦੇ ਨੇਮ ਐਲਫਾਬੈਟਿਕਲੀ ਆਰਡਰ ਦੇ ਅਕੋਰਡਿੰਗ ਆਉਣਗੇ, ਉਸੇ ਤਰ੍ਹਾਂ ਹੀ ਜਿਹੜਾ ਹੈੱਡ ਆ ਜਿਹੜਾ ਚੁਣਿਆ ਜਾਵੇਗਾ ਇਸ ਦਾ। ਨੈਕਸਟ ਹੈ ਜੀ ਇਸ ਦਾ ਅੰਗ ਹੈ ਸਕੱਤਰੇਤ। ਪ੍ਰਸ਼ਾਸਨਿਕ ਅੰਗ ਵੀ ਇਹਨੂੰ ਕਿਹਾ ਜਾਂਦਾ, ਸਕੱਤਰੇਤ ਨੂੰ ਹੀ ਪ੍ਰਸ਼ਾਸਨਿਕ ਅੰਗ ਕਿਹਾ ਜਾਂਦਾ। ਅਤੇ ਇਹਦਾ ਕੰਮ ਹੈ ਕਾਗਜ਼ੀ, ਜਿਹਦੇ ਵਿੱਚ ਉਹ ਕਾਨਫਰੰਸ, ਰਿਪੋਰਟਸ, ਡਾਟਾ, ਬਜਟ ਪ੍ਰੈਪਰੇਸ਼ਨ ਜਿਹੜੇ ਇਹ ਕੰਮ ਕਰਦੇ ਆ ਸਕੱਤਰੇਤ, ਜੋ ਇਸ ਦਾ ਅੰਗ ਹੈ। ਮਹਾਸਚਿਵ ਆ ਜਿਹੜਾ ਉਹ ਮਹਾਸਭਾ ਚੁਣਦੀ ਹੈ, ਕਿਸ ਦੀ ਸਿਫਾਰਿਸ਼ 'ਤੇ? ਸੁਰੱਖਿਆ ਪ੍ਰੀਸ਼ਦ ਦੀ। ਅਤੇ 5 ਸਾਲ ਉਹਦਾ ਕਾਰਜਕਾਲ ਹੁੰਦਾ। ਇਹਨਾਂ ਦੇ ਮਹਾਸਚਿਵ ਦੇ ਨਾਂ ਆਪਾਂ ਜ਼ਿਕਰ ਕਰੀਏ ਤਾਂ ਇੱਕ ਜਿਨ੍ਹਾਂ ਵਿੱਚੋਂ ਬਹੁਤ ਹੀ ਮਹੱਤਵਪੂਰਨ ਹੈ, ਜਿਨ੍ਹਾਂ ਬਾਰੇ ਅਕਸਰ ਕੁਐਸਚਨ ਆ ਜਾਂਦੇ ਆ। ਇੱਕ ਤਾਂ ਸੀ ਜੀ ਟ੍ਰਿਗਵੇਲੀ, ਜੋ ਕਿ ਨਾਰਵੇ ਦੇ ਸੀਗੇ ਰਹਿਣ ਵਾਲੇ, ਅਤੇ ਇਹਨਾਂ ਨੇ ਆਪਣੇ ਕਾਰਜਕਾਲ ਦੇ ਸਮੇਂ ਹੀ ਤਿਆਗ ਪੱਤਰ ਦੇ ਦਿੱਤਾ। ਹਜੇ ਇਹਨਾਂ ਦਾ ਕਾਰਜਕਾਲ ਪੂਰਾ ਨਹੀਂ ਹੋਇਆ ਸੀ। ਸੋ ਕਈ ਵਾਰ ਕੁਐਸਚਨ ਪੁੱਛ ਲੈਂਦੇ ਨੇ ਕਿ ਕਿਹੜਾ ਮਹਾਸਚਿਵ ਸੀ UN ਦਾ ਜਿਸ ਨੇ ਆਪਣੇ ਕਾਰਜਕਾਲ ਦੇ ਦੌਰਾਨ ਤਿਆਗ ਪੱਤਰ ਦੇ ਦਿੱਤਾ? ਤਾਂ ਸੀ ਜੀ ਉਹ ਟ੍ਰਿਗਵੇਲੀ, ਜੋ ਕਿ ਨਾਰਵੇ ਦਾ ਰਹਿਣ ਵਾਲਾ ਸੀ। ਅਤੇ ਡੈਗ ਹੈਸਰ ਸੀ ਜੋ ਸਵੀਡਨ ਦਾ, ਉਸ ਦੀ ਆਪਣੇ ਕਾਰਜਕਾਲ ਦੇ ਦੌਰਾਨ ਮੌਤ ਹੋ ਗਈ। ਅਤੇ ਯੂ ਥੌਂਟ ਸੀਗੇ ਬਰਮਾ ਦੇ। ਅਤੇ ਇਹ ਇੱਕ ਅਜਿਹਾ ਆਪਾਂ ਕਹੀਏ ਮਹਾਸਚਿਵ ਸੀ ਜੋ ਏਸ਼ੀਆ ਦਾ ਸੀ ਅਤੇ ਨੌਨ ਯੂਰਪੀਅਨ ਹੈੱਡ ਸੀ। ਪਹਿਲਾਂ ਸਾਰੇ ਯੂਰਪੀਅਨ ਹੈੱਡ ਆਈ ਜਾਂਦੇ ਸੀ, ਅਤੇ ਇੱਕੋ ਇੱਕ ਜਿਹੜਾ ਨੌਨ ਯੂਰਪੀਅਨ ਹੈੱਡ ਸੀ ਉਹ ਸੀ ਯੂ ਥੌਂਟ, ਜੋ ਕਿ ਬਰਮਾ ਤੋਂ ਸੀ, ਏਸ਼ੀਆ ਤੋਂ, ਆਪਣੇ ਗਵਾਂਢੀ ਦੇਸ਼ ਤੋਂ ਨਾ। ਨੈਕਸਟ ਹੈ ਜੀ ਬੁਤਰਸ ਧਾਲੀ। ਜੋ ਬੁਤਰਸ ਧਾਲੀ ਸੀ ਸਭ ਤੋਂ ਘੱਟ ਕਾਰਜਕਾਲ ਵਾਲਾ ਸੀ। ਇਸ ਨੇ 4 ਸਾਲ ਹੀ ਮਤਲਬ ਆਪਣਾ ਕਾਰਜਕਾਲ ਆਪਣਾ ਕੰਮ ਕੀਤਾ। ਅਤੇ ਮਿਸਰ ਇਜਿਪਟ ਦੇ ਰਹਿਣ ਵਾਲਾ ਸੀ। ਅਤੇ ਹਾਂਜੀ ਇਹ ਮੈਂ 4-5 ਤਾਂ ਕਰਵਾਏ ਨੇ ਕਿਉਂਕਿ ਅਕਸਰ ਪੁੱਛ ਲੈਂਦੇ ਆ। ਇਹ ਸਭ ਤੋਂ ਅਲੱਗ ਨੇ ਵੀ ਇਸ ਦਾ ਤਿਆਗ ਪੱਤਰ ਦੇ ਦਿੱਤਾ ਸੀ, ਕਿਸ ਦੀ ਮੌਤ ਉਸੇ ਕਾਰਜਕਾਲ ਦੌਰਾਨ ਹੋ ਗਈ ਸੀ, ਜਾਂ ਜਿਹੜਾ ਨੌਨ ਯੂਰਪੀਅਨ ਹੈੱਡ ਆ ਉਹ ਕੌਣ ਸੀ, ਸਭ ਤੋਂ ਘੱਟ ਕਾਰਜ ਵਾਲਾ ਮਹਾਸਚਿਵ ਕੌਣ ਸੀ। ਤਾਂ ਇਸ ਕਰਕੇ ਜਿਹੜੇ ਕਰਵਾਏ ਗਏ ਨੇ ਤਾਂ ਤੁਸੀਂ ਇਹਨਾਂ ਨੂੰ ਧਿਆਨ ਨਾਲ ਪਲੀਜ਼ ਕਰ ਲੈਣਾ। ਨੈਕਸਟ ਹੈ ਜੀ UNECOSOC, ਮਤਲਬ ਆਰਥਿਕ ਸਮਾਜਿਕ ਪ੍ਰੀਸ਼ਦ, ਇਕਨੋਮਿਕ ਸੋਸ਼ਲ ਕੌਂਸਲ। ਇਸ 'ਤੇ ਟੋਟਲ ਹੈਗੇ ਮੈਂਬਰ 54 ਅਤੇ ਕਾਰਜਕਾਲ ਹੈਗਾ ਇਹਨਾਂ ਦਾ 3 ਸਾਲ। ਪਰ ਇਹਨਾਂ ਦੇ ਜਿਹੜੇ ਅਧਿਆਕਸ਼ ਉਹਨਾਂ ਦਾ ਕਾਰਜਕਾਲ ਸਿਰਫ 1 ਸਾਲ ਦਾ ਹੁੰਦਾ ਹੈ। ਜੇਕਰ ਆਪਾਂ ਗੱਲ ਕਰੀਏ ICJ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਇਹਦਾ ਹੈੱਡਕੁਆਟਰ ਜੀ ਹੇਗ ਨੀਦਰਲੈਂਡ ਵਿੱਚ, ਅਤੇ ਇਸ ਨੂੰ ਯੂਨੀਵਰਸਲ ਕੋਰਟ ਆਫ ਲਾਅ ਵੀ ਕਿਹਾ ਜਾਂਦਾ ਹੈ। ਤਾਂ ਕਈ ਵਾਰ ਕੁਐਸਚਨ ਹੁੰਦਾ ਕਿ ਯੂਨੀਵਰਸਲ ਕੋਰਟ ਆਫ ਲਾਅ ਕਿਸ ਨੂੰ ਕਿਹਾ ਜਾਂਦਾ, ਤਾਂ ਉਹ ICJ ਨੂੰ ਕਿਹਾ ਜਾਂਦਾ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੂੰ। ਇਸ ਦੇ ਵਿੱਚ 15 ਜੱਜ ਨੇ ਜੋ ਕਿ 9 ਸਾਲ ਲਈ ਚੁਣੇ ਜਾਂਦੇ ਆ। ਅਤੇ ਬਾਰ ਕ੍ਰਾਈਮਸ ਕਿਉਂ ਚੁਣਦੇ ਆ ਨਾ, ਜਿਹੜੀਆਂ ਆਪਾਂ ਕਹੀਏ ਬਾਰ ਕ੍ਰਾਈਮ ਹੁੰਦੀਆਂ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ, ਇਲੀਗਲ ਸਟੇਟ ਇੰਟਰਫੇਅਰੈਂਸ, ਕਿਸੇ ਇਲੀਗਲ ਤੌਰ 'ਤੇ ਹੈ ਨਾ, ਗੈਰ ਕਾਨੂੰਨੀ ਤੌਰ 'ਤੇ ਕਿਸੇ ਹੋਰ ਸਟੇਟ ਦੇ ਵਿੱਚ ਕਿਵੇਂ ਇੰਟਰਫੇਅਰ ਕਰ ਰਹੀ ਹੈ ਕੋਈ ਕੰਟਰੀ, ਤਾਂ ਉਹਦੇ ਕਾਰਨ ਜਿਹੜੇ ਝਗੜੇ ਆ, ਜਾਂ ਆਪਾਂ ਕਹੀਏ ਕੋਈ ਵਾਰ ਕ੍ਰਾਈਮ ਕਰਿਆ, ਜਾਂ ਉਹਦਾ ਝਗੜਾ ਕਿੱਥੇ ਲੈ ਕੇ ਜਾਊਗਾ? ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ। ਅਤੇ ਇਹਦਾ ਕੋਰਮ ਹੁੰਦਾ ਜੀ 9 ਜੱਜ। ਨੈਕਸਟ ਜੇਕਰ ਆਪਾਂ ਫੰਡਿੰਗ ਦੀ ਗੱਲ ਕਰੀਏ, ਆਪਾਂ ਕਰ ਚੁੱਕੇ ਕਿ ਆਪਾਂ ਥੋੜ੍ਹਾ ਜਿਹਾ ਇੱਕ ਫੰਡਿੰਗ 2019 ਹੁਣ ਚੱਲ ਰਹੀ ਹੈ, ਕੰਟੀਨਿਊ 21 ਦੇ ਵਿੱਚ ਖਤਮ ਹੋਣੀ ਹੈ। USA ਇਹਦੇ ਵਿੱਚ 22% ਦੇ ਰਿਹਾ ਜੀ ਸਭ ਤੋਂ ਵੱਧ। ਸੈਕਿੰਡ ਹੈ ਜੀ ਚਾਈਨਾ 12%, ਥਰਡ ਹੈ ਜੀ ਜਪਾਨ 8%, ਅਤੇ ਫੋਰਥ ਹੈ ਜਰਮਨੀ 6%, ਅਤੇ ਫਿਫਥ ਹੈ ਜੀ UK 4%। ਇਹ ਜਿਹੜੀਆਂ ਕੰਟਰੀਜ਼ ਨੇ ਸਭ ਤੋਂ ਅੱਗੇ ਨੇ 5 ਦੇ ਵਿੱਚ, 5 ਟੋਪ ਨੇ। ਐਂਡ ਦੇ ਅਗਰ ਆਪਾਂ 25 ਆਪਾਂ ਕਰੀਏ ਟੋਪ ਰੈਂਕ ਦੀਆਂ ਕੰਟਰੀਜ਼ ਮੰਨੀਆਂ, ਉਹਨਾਂ ਵਿੱਚੋਂ ਜਿਹੜੇ ਇੰਡੀਆ ਦੀ ਪੋਜੀਸ਼ਨ ਹੈ ਜੀ ਉਹ 21ਵੇਂ ਰੈਂਕ 'ਤੇ ਆ ਇੰਡੀਆ। ਅਤੇ ਇੰਡੀਆ 0.834% ਆ ਜਿਹੜਾ
ਉਹ ਫੰਡ ਦੇ ਰਿਹਾ। ਇਹ ਥੋੜ੍ਹਾ ਮੋਟਾ ਨਹੀਂ ਹੁੰਦਾ, ਬਹੁਤ ਜ਼ਿਆਦਾ ਕਰੋੜਾਂ ਦੇ ਵਿੱਚ ਹੈ। ਸੋ ਇਸ ਤੋਂ ਪਹਿਲਾਂ ਕਿ 10ਵੇਂ ਨੰਬਰ 'ਤੇ ਵੀ ਰਹਿ ਚੁੱਕਿਆ ਜਿਹੜਾ ਇੰਡੀਆ ਹੈਗਾ ਫੰਡਿੰਗ ਦੇ ਹਿਸਾਬ ਨਾਲ। ਅਤੇ UNO ਆ ਜੋ, ਇਸ ਨੂੰ ਪੀਸ ਕੀਪਿੰਗ ਫੋਰਸ ਵੀ ਕਿਹਾ ਜਾਂਦਾ। UN ਕੀ ਪੀਸ ਕੀਪਿੰਗ ਫੋਰਸ ਆਪਾਂ ਮੰਨਿਆ, ਕਈ ਵਾਰ ਸੁਣਦੇ ਵੀ ਹੈ ਨਾ ਪੀਸ ਕੀਪਿੰਗ ਫੋਰਸ। ਇਹ ਹੈ ਕਿ ਐਕਚੁਅਲ ਵਿੱਚ ਜਿਹੜੀ UNO ਉਸ ਦੀ ਆਪਣੀ ਕੋਈ ਵੀ ਫੋਰਸ ਨਹੀਂ ਹੈਗੀ, ਅਤੇ ਜਿਹੜੇ ਵੱਖ-ਵੱਖ ਕੰਟਰੀਜ਼ ਨੇ ਉਹ ਆਪਣੀ ਜੇਕਰ ਕਿਤੇ ਵੀ ਗੜਬੜ ਹੁੰਦੀ ਹੈ ਤਾਂ ਆਪਣੀ ਸੈਨਾ ਦੀ ਟੁਕੜੀ ਭੇਜ ਦਿੰਦੀ ਆ। ਜਿੰਨੇ ਜੀ ਚਾਹੁੰਦੇ ਆ ਉਹਨਾਂ ਦੇ ਉਨੇ ਹੀ ਮੈਂਬਰ ਜਿਹੜੇ ਭੇਜ ਦਿੰਦੇ ਆ। ਤਾਂ ਕਰਕੇ ਇਸ ਨੂੰ ਪੀਸ ਕੀਪਿੰਗ ਫੋਰਸ ਕਿਹਾ ਜਾਂਦਾ ਅਤੇ ਸ਼ਾਂਤੀ ਬਣਾਈ ਰੱਖਣ ਦੇ ਲਈ ਮਦਦ ਕਰਦੀ ਹੈ। ਜਿਵੇਂ ਕਿ ਬਲੂ ਹੈਲਮਟ ਇੱਕ ਟੁਕੜੀ ਹੈ ਜੋ ਸੈਨਾ ਦੀ, ਉਸਨੂੰ ਬਲੂ ਹੈਲਮਟ ਦੇ ਨਾਮ ਨਾਲ ਜਾਣਿਆ ਜਾਂਦਾ। ਜਦੋਂ ਭਾਰਤ ਵਿੱਚ ਜੰਮੂ ਕਸ਼ਮੀਰ 'ਤੇ ਹਮਲਾ ਹੋਇਆ ਸੀ ਤਾਂ ਉਸ ਸਮੇਂ 42 UN ਨੇ 42 ਸੈਨਾ ਦੀ ਜਿਹੜੀ ਟੁਕੜੀ ਭੇਜੀ ਸੀ, ਇਹਨੂੰ ਬਲੂ ਹੈਲਮਟ ਕਿਹਾ ਜਾਂਦਾ ਸੀ। ਅਤੇ 1988 ਦੇ ਵਿੱਚ ਉਸਨੂੰ ਨੋਬਲ ਪੀਸ ਪ੍ਰਾਈਜ਼ ਵੀ ਦਿੱਤਾ ਗਿਆ ਸੀਗਾ ਇਸ ਕੰਮ ਦੇ ਕਰਕੇ, ਕਿਉਂਕਿ ਉਸਨੇ ਕੰਮ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਤਾ ਸੀ। ਇਸ ਦੇ ਨਾਲ ਹੀ ਜੋ UNO ਟੋਪਿਕ ਉਹ ਆਪਣਾ ਅੱਜ ਸਮਾਪਤ ਹੁੰਦਾ ਹੈ। ਮਿਲਦੇ ਹਾਂ ਜੀ ਨੈਕਸਟ ਕਲਾਸ ਦੇ ਵਿੱਚ ਨਿਊ ਟੋਪਿਕ ਦੇ ਨਾਲ। ਅਤੇ ਜੇਕਰ ਤੁਹਾਨੂੰ ਇਹ ਚੈਨਲ ਦੀ ਵੀਡੀਓਜ਼ ਵਧੀਆ ਲੱਗਦੀਆਂ ਨੇ, ਨੌਲੇਜ ਵਾਲੀਆਂ ਲੱਗਦੀਆਂ ਨੇ, ਤਾਂ ਪਲੀਜ਼ ਆਪਣੇ ਫਰੈਂਡਸ ਨਾਲ ਸ਼ੇਅਰ ਜ਼ਰੂਰ ਕਰਨਾ। ਅਤੇ ਜੇਕਰ ਕੋਈ ਸੁਝਾਅ ਤਾਂ ਪਲੀਜ਼ ਉਸਨੂੰ ਕਮੈਂਟ ਬਾਕਸ ਵਿੱਚ ਲਿਖਣਾ ਨਾ ਭੁੱਲਣਾ। ਮਿਲਦੇ ਹਾਂ ਜੀ ਨੈਕਸਟ ਕਲਾਸ ਦੇ ਵਿੱਚ, ਤਦ ਤੱਕ ਲਈ ਧੰਨਵਾਦ।